ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਆਪਾਂ ਤੁਹਾਡੇ ਲਈ ਟੈਸਟ ਨੰਬਰ 47 ਦਾ ਪਹਿਲਾ ਪਾਰਟ ਲੈ ਕੇ ਆਏ ਹਾਂ। ਅਤੇ ਕਰਦੇ ਹਾਂ ਜੀ ਸਟਾਰਟ ਬਿਨਾਂ ਕਿਸੇ ਦੇਰੀ ਤੋਂ। ਫਸਟ ਕੁਐਸਚਨ ਹੈ ਜੀ ਸਾਡੇ ਕੋਲ, ਮਸਟ ਦਾ ਲਾਈਟਿੰਗ ਸਿਸਟਮ। ਲਾਈਟਿੰਗ ਸਿਸਟਮ ਕਿਹਦੀ ਗੱਲ ਕਰ ਰਿਹਾ? ਗੱਡੀ ਦੇ ਵਿੱਚ ਜਿੰਨੀਆਂ ਵੀ ਲਾਈਟਸ ਹੁੰਦੀਆਂ, ਚਾਹੇ ਉਹ ਇੰਡੀਕੇਟਰ ਹੈ, ਚਾਹੇ ਇੰਟੀਰੀਅਰ ਲਾਈਟਸ ਹੈ, ਚਾਹੇ ਫਰੰਟ 'ਤੇ ਜੋ ਲਾਈਟਾਂ ਹੈ, ਉਹ ਸਾਰਾ ਲਾਈਟਿੰਗ ਸਿਸਟਮ ਵੀ ਚੈੱਕਡ ਰੈਗੂਲਰਲੀ, ਤਾਂ ਕਿ ਸਾਨੂੰ ਸਮੇਂ ਸਮੇਂ ਦੇ ਉੱਪਰ ਰੈਗੂਲਰ ਉਹਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਆਪਸ਼ਨ ਏ ਕਹਿੰਦਾ ਯੈਸ ਆਲ ਵਾਇਰਸ ਐਂਡ ਕਨੈਕਸ਼ਨਸ, ਬੀ ਹੈਗਾ ਯੈਸ ਇਟਸ ਐਡਜਸਟਮੈਂਟ ਓਪਰੇਸ਼ਨ ਐਂਡ ਕੰਡੀਸ਼ਨ, ਅਤੇ ਸੀ ਹੈਗਾ ਨੋ। ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਹਾਂ ਸਾਨੂੰ ਚੈੱਕ ਕਰਦੇ ਰਹਿਣਾ ਚਾਹੀਦਾ। ਇਹਦੀ ਐਡਜਸਟਮੈਂਟ ਮਤਲਬ ਕਿ ਸਹੀ ਥਾਂ 'ਤੇ ਰੋਸ਼ਨੀ ਪੈ ਰਹੀ ਹੈ, ਉਹਨਾਂ ਦੀ ਐਡਜਸਟਮੈਂਟ, ਓਪਰੇਸ਼ਨ ਮਤਲਬ ਉਹ ਸਹੀ ਤਰੀਕੇ ਨਾਲ ਕੰਮ ਕਰ ਰਹੀਆਂ, ਐਂਡ ਥਰਡ ਹੈਗਾ ਉਹਨਾਂ ਦੀ ਕੰਡੀਸ਼ਨ, ਉਹਨਾਂ ਦੀ ਹਾਲਤ ਠੀਕ ਹੈਗੀ ਹੈ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਹੈ ਜੀ ਸਾਡੇ ਕੋਲ, ਟੂ ਟਰਨ ਲੈਫਟ, ਕਿ ਖੱਬੇ ਹੱਥ ਮੁੜਨ ਦੇ ਲਈ ਇਟ ਇਜ਼ ਕੰਪਲਸਰੀ, ਇਹ ਜ਼ਰੂਰੀ ਹੈਗਾ ਟੂ ਨੀਅਰ ਦਾ ਲੈਫਟ ਐਜ, ਕਿ ਆਪਾਂ ਖੱਬੇ ਕਿਨਾਰੇ 'ਤੇ ਹੋ ਜਾਈਏ ਆਫ ਦਾ ਰੋਡਵੇ, ਮਤਲਬ ਕਿ ਰੋਡ ਦੇ ਇਨ। ਆਪਸ਼ਨ ਕਹਿੰਦਾ ਰੋਡਸ ਵਿਦ ਮੋਰ ਦੈਨ ਵਨ ਲੇਨ ਫॉर ਵਨ ਡਾਇਰੈਕਸ਼ਨ ਆਫ ਟ੍ਰੈਫਿਕ, ਬੀ ਹੈਗਾ 2-ਵੇ ਰੋਡਸ, ਅਤੇ ਸੀ ਹੈਗਾ 1-ਵੇ ਰੋਡਸ। ਤਾਂ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਆਪਾਂ ਖੱਬੇ ਮੁੜਨਾ ਜਦੋਂ, ਤਾਂ ਥੋੜ੍ਹਾ ਖੱਬੇ ਕਿਨਾਰੇ 'ਤੇ ਹੋ ਜਾਈਏ ਜਦੋਂ ਅਸੀਂ 1-ਵੇ ਰੋਡ ਦੇ ਉੱਪਰ ਜਾ ਰਹੇ ਹੁੰਦੇ ਹਾਂ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਇਜ਼ ਰਿਕਮੈਂਡਡ, ਕਿ ਤੁਹਾਨੂੰ ਕੀ ਸਲਾਹ ਦਿੱਤੀ ਜਾਂਦੀ ਹੈ ਟੂ ਰਿਡਿਊਸ ਪੋਲਿਊਸ਼ਨ, ਕਿ ਪੋਲਿਊਸ਼ਨ ਨੂੰ ਘੱਟ ਕਰਨ ਦੇ ਲਈ ਐਜ਼ ਮਚ ਐਜ਼ ਪੋਸੀਬਲ, ਜਿੰਨਾ ਵੀ ਤੁਸੀਂ ਸੰਭਵ ਹੋ ਸਕੇ ਕਰ ਸਕੋ। ਤਾਂ ਆਪਸ਼ਨ ਏ ਕਹਿੰਦਾ ਟੂ ਕੀਪ ਸਪੀਡ ਐਜ਼ ਸਟੀਡੀ ਐਜ਼ ਪੋਸੀਬਲ, ਅਵੋਇਡਿੰਗ ਅਨਨੈਸੈਸਰੀ ਐਕਸੀਲਰੇਸ਼ਨ ਐਂਡ ਬ੍ਰੇਕਿੰਗ, ਬੀ ਹੈਗਾ ਟੂ ਯੂਜ਼ ਪਬਲਿਕ ਟਰਾਂਸਪੋਰਟ ਐਜ਼ ਲਿਟਲ ਐਜ਼ ਪੋਸੀਬਲ, ਅਤੇ ਸੀ ਹੈਗਾ ਟੂ ਡਰਾਈਵ ਐਟ ਦਾ ਸੇਮ ਸਪੀਡ ਆਲਵੇਜ਼। ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਟੂ ਕੀਪ ਸਪੀਡ ਐਜ਼ ਸਟੀਡੀ ਐਜ਼ ਪੋਸੀਬਲ, ਮਤਲਬ ਕਿ ਜਿੰਨਾ ਤੁਹਾਡੇ ਕੋਲ ਸੰਭਵ ਹੋ ਸਕੇ ਆਪਣੀ ਸਪੀਡ ਨੂੰ ਇੱਕੋ ਜਿਹੀ ਰੱਖੋ। ਅਵੋਇਡ ਕਰੋ, ਬਚੋ, ਅਨਨੈਸੈਸਰੀ ਮਤਲਬ ਬਿਨਾਂ ਮਤਲਬ ਤੋਂ, ਐਕਸੀਲੇਸ਼ਨ ਤੋਂ ਮਤਲਬ ਕਿ ਬਿਨਾਂ ਮਤਲਬ ਤੋਂ ਰੇਸ ਦੇਣ ਤੋਂ ਬਚੋ, ਐਂਡ ਬ੍ਰੇਕਿੰਗ, ਔਰ ਬ੍ਰੇਕਿੰਗ ਤੋਂ ਬਚੋ ਬਿਨਾਂ ਮਤਲਬ ਤੋਂ ਬ੍ਰੇਕ ਲਗਾਉਣ ਤੋਂ। ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਵਾ ਆਪਾਂ ਪੋਲਿਊਸ਼ਨ ਨੂੰ ਘੱਟ ਕਰ ਸਕਦੇ ਹਾਂ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਵੈਨ ਸਫਰਿੰਗ ਫਰੋਮ ਆ ਰੈਸਪੀਰੇਟਰੀ ਐਲਰਜੀ। ਸਫਰਿੰਗ ਮਤਲਬ ਪੀੜਿਤ, ਕਿ ਜਦੋਂ ਤੁਸੀਂ ਕਿਸੇ ਰੈਸਪੀਰੇਟਰੀ ਐਲਰਜੀ ਤੋਂ ਪੀੜਿਤ ਹੈਗੇ ਹੋ, ਮਤਲਬ ਕਿ ਜਿਹੜੀਆਂ ਤੁਹਾਡੀ ਸਾਹ ਦੇ ਰਿਲੇਟਡ ਐਲਰਜੀਜ਼ ਹੁੰਦੀਆਂ ਵਾ, ਖੰਘ ਹੋ ਗਿਆ, ਜ਼ੁਕਾਮ ਹੋ ਗਿਆ, ਜਾਂ ਫਿਰ ਹੈ ਨਾ ਨਿਸ਼ਾਂ ਵਗੈਰਾ ਆਈ ਜਾਂਦੀਆਂ। ਇਜ਼ ਇਟ ਐਡਵਾਈਜ਼ੇਬਲ ਟੂ ਓਪਨ ਦਾ ਵਿੰਡੋਜ਼, ਕੀ ਸਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਾਂ ਆਪਣੀਆਂ ਬਾਰੀਆਂ ਗੱਡੀ ਦੀਆਂ ਵਿੰਡੋਜ਼ ਓਪਨ ਰੱਖੀਏ? ਆਪਸ਼ਨ ਏ ਕਹਿੰਦਾ ਨੋ, ਬੀ ਹੈਗਾ ਇਨ ਸਪਰਿੰਗ ਓਨਲੀ, ਅਤੇ ਸੀ ਹੈਗਾ ਯੈਸ ਟੂ ਵੈਂਟੀਲੇਟ ਦਾ ਵਹੀਕਲ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਨਹੀਂ, ਸਾਨੂੰ ਆਪਣੀਆਂ ਬਾਰੀਆਂ ਓਪਨ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਸਾਨੂੰ ਰੈਸਪੀਰੇਟਰੀ ਐਲਰਜੀ ਹੋਵੇ, ਕਿਉਂਕਿ ਉਹਦੇ ਨਾਲ ਸਾਡਾ ਹੋਰ ਜਦੋਂ ਜ਼ਿਆਦਾ ਮਤਲਬ ਕਹਿ ਲਓ ਕਿ ਅਸਰ ਕਰੂਗੇ, ਜਦੋਂ ਹਵਾ ਵੱਜੂਗੀ ਸਾਡੇ ਉੱਪਰ ਤਾਂ ਹੋਰ ਜ਼ਿਆਦਾ ਮਤਲਬ ਖ਼ਰਾਬ ਹੋ ਜਾਏਗੀ ਹਾਲਤ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਵਾਟ ਇਜ਼ ਦਾ ਮੈਕਸੀਮਮ ਅਲਕੋਹਲ ਰੇਟ ਪਰਮਿਟਡ, ਕਿ ਵੱਧ ਤੋਂ ਵੱਧ ਅਲਕੋਹਲ ਦਾ ਰੇਟ ਕਿੰਨਾ ਇਹਦੀ ਆਗਿਆ ਹੈਗੀ ਹੈ, ਪਰਮਿਟਡ ਹੈਗਾ ਵਾ ਫॉर ਬੱਸ ਡਰਾਈਵਰ, ਜਿਹੜੇ ਬੱਸਾਂ ਵਾਲੇ ਡਰਾਈਵਰ ਹੁੰਦੇ ਆ ਉਹਨਾਂ ਦੇ ਲਈ। ਆਪਸ਼ਨ ਏ ਕਹਿੰਦਾ 0.25 ਮਿਲੀਗ੍ਰਾਮ ਪਰ ਲੀਟਰ ਆਫ ਐਕਸੇਲਡ ਏਅਰ, ਬੀ ਹੈਗਾ 0.4 ਮਿਲੀਗ੍ਰਾਮ ਪਰ ਲੀਟਰ ਆਫ ਐਕਸੇਲਡ ਏਅਰ, ਅਤੇ ਸੀ ਹੈਗਾ 0.15 ਮਿਲੀਗ੍ਰਾਮ ਪਰ ਲੀਟਰ ਆਫ ਐਕਸਹੇਲਡ ਏਅਰ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਬੱਸ ਡਰਾਈਵਰਸ ਦੇ ਲਈ 0.15 ਮਿਲੀਗ੍ਰਾਮ ਹੈ ਜਿਹੜਾ ਉਹ ਅਲਾਉਡ ਹੈਗਾ ਵਾ ਐਕਸੇਲਡ ਏਅਰ ਦੇ ਵਿੱਚ ਅਲਕੋਹਲ ਦਾ ਲੈਵਲ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਏਅਰ ਬੈਗ ਇਜ਼ ਅ ਸੇਫਟੀ ਡਿਵਾਈਸ, ਕਿ ਜਿਹੜਾ ਏਅਰ ਬੈਗ ਹੈਗਾ ਵਾ ਉਹ ਸਾਨੂੰ ਸੁਰੱਖਿਆ ਮਤਲਬ ਦਿੰਦਾ ਵਾ, ਦੈਟ ਇਨਕਰੀਜ਼ ਦਾ ਇਫੈਕਟਿਵਨੈਸ, ਔਰ ਉਹਦੀ ਜਿਹੜੀ
ਉਹਦਾ ਪ੍ਰਭਾਵ ਹੈਗਾ ਵਾ ਉਹ ਵੱਧ ਜਾਂਦਾ ਹੈ। ਆਪਸ਼ਨ ਕਹਿੰਦਾ ਹੈਡਰੈਸਟ, ਬੀ ਹੈਗਾ ABS ਅਤੇ ਸੀ ਹੈਗਾ ਸੇਫਟੀ ਬੈਲਟ। ਤਾਂ ਅਗਰ ਆਪਾਂ ਸੇਫਟੀ ਬੈਲਟ ਲਗਾਉਂਦੇ ਹਾਂ ਤਾਂ ਜਿਹੜਾ 에ਅਰ ਬੈਗ ਹੈਗਾ ਉਹਦਾ ਪ੍ਰਭਾਵ ਵੱਧ ਜਾਂਦਾ ਔਰ ਵਧੀਆ ਤਰੀਕੇ ਨਾਲ ਉਹ ਕੰਮ ਕਰੇਗਾ। ਇਸ ਕਰਕੇ ਜਿਹੜਾ ਸਾਡਾ ਇੱਥੇ ਆਨਸਰ ਹੋ ਗਿਆ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਵਿਚ ਗੇਅਰਸ ਆਰ ਯੂਜ਼ਡ ਟੂ ਇਨਕਰੀਜ਼ ਸਪੀਡ, ਕਿ ਅਸੀਂ ਕਿਹੜੇ ਗੇਅਰਸ ਨੂੰ ਵਰਤਾਂ ਕਿ ਸਪੀਡ ਨੂੰ ਵਧਾਉਣ ਲਈ ਜਾਂ ਫਿਰ ਕਹਿ ਲਓ ਕਿ ਹਾਈ ਸਪੀਡ 'ਤੇ ਚੱਲਣ ਦੇ ਲਈ। ਆਪਸ਼ਨ ਇਹ ਕਹਿੰਦਾ ਫਸਟ ਐਂਡ ਸੈਕਿੰਡ, ਬੀ ਹੈਗਾ ਥਰਡ ਐਂਡ ਫੋਰਥ ਅਤੇ ਸੀ ਹੈਗਾ ਫੋਰਥ ਐਂਡ ਫਿਫਥ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਚੌਥਾ ਅਤੇ ਪੰਜਵਾਂ ਗੇਅਰ, ਮਤਲਬ ਕਿ ਜਿਹੜੇ ਗੱਡੀ ਦੇ ਸਭ ਤੋਂ ਉੱਪਰ ਵਾਲੇ ਗੇਅਰ ਹੁੰਦੇ ਆ ਅਸੀਂ ਉਹ ਵਰਤਾਂਗੇ ਜਦੋਂ ਅਸੀਂ ਗੱਡੀ ਦੀ ਨੂੰ ਵੱਧ ਸਪੀਡ 'ਤੇ ਚਲਾਉਣਾ ਹੈਗਾ ਵਾ ਉਸ ਟਾਈਮ ਦੇ ਉੱਪਰ। ਔਰ ਇਹ ਫਿਫਥ ਐਂਡ ਸਿਕਸਥ ਵੀ ਹੋ ਸਕਦਾ ਹੈ ਕਿਉਂਕਿ ਕਈ ਗੱਡੀਆਂ 'ਚ ਹੁਣ 6ਵਾਂ ਗੇਅਰ ਵੀ ਆਉਂਦਾ ਹੈਗਾ। ਇਸ ਕਰਕੇ ਮਤਲਬ ਜਿਹੜੇ ਵੀ 2 ਉੱਪਰ ਵਾਲੇ ਹੋਣਗੇ ਉਹ ਅਸੀਂ ਵਰਤਾਂਗੇ ਆਪਣੀ ਗੱਡੀ ਨੂੰ ਹਾਈ ਸਪੀਡ 'ਤੇ ਚਲਾਉਣ ਦੇ ਲਈ। ਤਾਂ ਇਸ ਕਰਕੇ ਫਿਲਹਾਲ ਸਾਡਾ ਇੱਥੇ ਆਨਸਰ ਹੋ ਗਿਆ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਡਜ਼ ਦਿਸ ਵਹੀਕਲ ਸਾਈਨ ਮੀਨ, ਕਿ ਇਸ ਵਹੀਕਲ ਦਾ ਜਿਹੜਾ ਆਪਾਂ ਸਾਈਨ ਦੇਖਦੇ ਪਏ ਹਾਂ ਇਹਦਾ ਕੀ ਮਤਲਬ ਹੈਗਾ। ਆਪਸ਼ਨ ਇਹ ਕਹਿੰਦਾ ਇਟ ਇਜ਼ ਅ ਸਪੈਸ਼ਲ ਵਹੀਕਲ ਵਰਕਿੰਗ ਔਨ ਦਾ ਰੋਡ, ਬੀ ਹੈਗਾ ਇਟ ਕੈਨ ਨਾਟ ਐਕਸੀਡ 40 km/h ਅਤੇ ਸੀ ਹੈਗਾ ਇਟ ਇਜ਼ ਕੈਰਿੰਗ ਡੇਂਜਰਸ ਗੁੱਡਸ। ਤਾਂ ਜਿਹੜਾ ਇਹ ਸਾਈਨ ਹੈਗਾ ਵਾ ਜਿਸ ਵੀ ਵਹੀਕਲ ਪਿੱਛੇ ਲੱਗਾ ਹੋਏਗਾ ਉਹ ਆਪਣੀ ਸਪੀਡ 40 ਤੋਂ ਉੱਪਰ ਨਹੀਂ ਲੈ ਕੇ ਜਾ ਸਕਦਾ, ਜਾਂ ਫਿਰ ਸਾਨੂੰ ਵਾਰਨਿੰਗ ਦਿੰਦਾ ਇਸ ਸਾਈਨ ਦੇ ਰਾਹੀਂ ਕਿ ਇਹ ਵਹੀਕਲ ਹੈ ਜਿਹੜਾ ਹੌਲੀ ਚੱਲਣ ਵਾਲਾ ਵਾ, ਇਹਦੀ ਸਪੀਡ ਜ਼ਿਆਦਾ ਨਹੀਂ ਹੋਏਗੀ 40 ਤੋਂ ਉੱਪਰ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ, ਕਿ ਇਟ ਕੈਨ ਨਾਟ ਐਕਸੀਡ, ਕਿ ਇਹ ਜ਼ਿਆਦਾ ਨਹੀਂ ਕਰ ਸਕਦਾ 40 km/h, 40 ਤੋਂ ਉੱਪਰ ਜਿਹੜੇ ਵੀ ਵਹੀਕਲ ਉੱਪਰ ਇਹ ਸਾਈਨ ਲੱਗਾ ਹੋਏਗਾ ਉਹ ਵਹੀਕਲ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਇਜ਼ 100 km/h, ਕਿ ਕੀ 100 ਦੀ ਸਪੀਡ ਐਨ ਐਡਿਕੁਏਟ ਸਪੀਡ, ਕੀ ਉਹ ਸਹੀ ਸਪੀਡ ਹੈਗੀ ਹੈ ਔਨ ਦਿਸ ਰੋਡ, ਇਸ ਰੋਡ ਦੇ ਉੱਪਰ ਹੈ ਨਾ। ਕਿਹੜਾ ਸਾਨੂੰ ਰੋਡ ਦਿਖਾ ਰਿਹਾ ਆਟੋਬੀਆ, ਵੱਡਾ ਰੋਡ ਹੈ ਜਿਹੜਾ 120 ਦੀ ਸਪੀਡ ਵਾਲਾ, ਅਤੇ ਉਹਦੇ ਉੱਪਰ ਕਹਿੰਦਾ 100 ਦੀ ਸਪੀਡ ਹੈ ਜਿਹੜੀ ਉਹ ਸਹੀ ਹੋਏਗੀ। ਆਪਸ਼ਨ ਇਹ ਕਹਿੰਦਾ ਯੈਸ ਪ੍ਰੋਵਾਈਡਡ ਦੈਟ ਟ੍ਰੈਫਿਕ ਐਂਡ ਰੋਡ ਕੰਡੀਸ਼ਨਸ ਪਰਮਿਟ, ਬੀ ਹੈਗਾ ਨੋ ਬਿਕੋਜ਼ 120 km/h ਇਜ਼ ਰਿਕਮੈਂਡਡ, ਅਤੇ ਸੀ ਹੈਗਾ ਯੈਸ ਪ੍ਰੋਵਾਈਡਡ ਦੈਟ ਦਿਸ ਡਜ਼ ਨਾਟ ਡਿਸਟਰਬ ਦਾ ਟ੍ਰੈਫਿਕ। ਤਾਂ ਨੋ ਡਾਊਟ 120 ਦੀ ਸਪੀਡ ਵਾਲਾ ਰੋਡ ਆ, ਸਾਨੂੰ ਉਨੀ ਸਪੀਡ 'ਤੇ ਚੱਲਣਾ ਚਾਹੀਦਾ, ਲੇਕਿਨ 100 ਦੀ ਸਪੀਡ ਦੇ ਉੱਪਰ ਵੀ ਆਪਾਂ ਜਾ ਸਕਦੇ ਹਾਂ ਔਰ ਸਹੀ ਹੋ ਸਕਦੀ ਹੈ ਜਦੋਂ ਟ੍ਰੈਫਿਕ ਦੇ ਹਾਲਾਤ ਇੱਦਾਂ ਦੇ ਹੋਣ ਔਰ ਰੋਡ ਦੀ ਕੰਡੀਸ਼ਨ ਥੋੜ੍ਹੀ ਜਿਹੀ ਹੋਵੇ ਇੱਦਾਂ ਦੀ। ਅਗਰ ਆਪਾਂ 100 'ਤੇ ਜਾ ਰਹੇ ਹੋਈਏ ਤਾਂ ਉਹ ਵੀ ਸਪੀਡ ਸਹੀ ਮੰਨੀ ਜਾਏਗੀ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਇੱਥੇ ਆਪਸ਼ਨ ਏ ਕਿ ਯੈਸ ਪ੍ਰੋਵਾਈਡਡ ਦੈਟ ਟ੍ਰੈਫਿਕ ਐਂਡ ਰੋਡ ਕੰਡੀਸ਼ਨ ਪਰਮਿਟ, ਕਿ ਟ੍ਰੈਫਿਕ ਦੀ ਕੰਡੀਸ਼ਨ ਹੈ ਜਿਹੜੀ ਔਰ ਰੋਡ ਦੀ ਕੰਡੀਸ਼ਨ ਤੁਹਾਨੂੰ ਇਸ ਚੀਜ਼ ਦੀ ਆਗਿਆ ਦਿੰਦੀ ਹੈਗੀ ਹੈ ਕਿ ਤੁਸੀਂ 100 'ਤੇ ਚੱਲ ਸਕਦੇ ਹੋ, ਤਾਂ ਤੁਹਾਡੇ ਲਈ ਉਹ ਵੀ ਸਪੀਡ ਐਡੀਕੁਏਟ ਹੈਗੀ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਇਜ਼ ਦਾ ਟੋਪ ਸਪੀਡ ਦਾ ਕਾਰ ਕੈਨ ਰੀਚ, ਕਿ ਕਿੰਨੀ ਟੋਪ ਦੇ ਉੱਪਰ ਸਪੀਡ ਮਤਲਬ ਵੱਧ ਤੋਂ ਵੱਧ ਸਪੀਡ ਦੇ ਉੱਪਰ ਇੱਕ ਕਾਰ ਪਹੁੰਚ ਸਕਦੀ ਹੈ ਔਨ ਦਿਸ ਰੋਡ, ਇਸ ਰੋਡ ਦੇ ਉੱਪਰ ਟੂ ਓਵਰਟੇਕ ਦਾ ਟਰੱਕ ਨੂੰ ਓਵਰਟੇਕ ਕਰਨ ਦੇ ਲਈ। ਇੱਥੇ ਉਹਨੇ ਸਾਨੂੰ ਨਹੀਂ ਦੱਸਿਆ ਹੈਗਾ ਕਿ ਕਿਹੜਾ ਰੋਡ ਹੈਗਾ ਵਾ, ਸਾਨੂੰ ਰੋਡ ਨੂੰ ਦੇਖ ਕੇ ਥੋੜ੍ਹਾ ਆਈਡੀਆ ਲਗਾਉਣਾ ਪਏਗਾ ਕਿ ਇਹ ਵੱਡਾ ਰੋਡ ਹੈ, ਸ਼ਹਿਰ ਤੋਂ ਬਾਹਰ ਰੋਡ ਹੈ ਔਰ ਇੱਕ ਤੋਂ ਵੱਧ ਲੇਨਾਂ ਹੈਗੀਆਂ, ਤਾਂ ਇਹ ਸਾਡਾ ਹੈਗਾ ਡਿਊਲ ਕੈਰੇਜਵੇ, 2 ਲੈਣਾ ਵਾਲਾ ਹੈਗਾ। ਤਾਂ ਇਸ ਕਰਕੇ ਇੱਕ ਕਾਰ ਹੈ ਜਿਹੜੀ ਓਵਰਟੇਕ ਕਰਨ ਦੇ ਲਈ ਟਰੱਕ ਨੂੰ 120 ਦੀ ਸਪੀਡ 'ਤੇ ਜਾ ਸਕਦੀ ਹੈ, ਇਸ ਤੋਂ ਵੱਧ ਨਹੀਂ, ਔਰ 120 ਹੀ ਇਸ ਰੋਡ ਦੀ ਸਪੀਡ ਹੈਗੀ ਹੈ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ 120 km/h। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਦਾ ਡਰਾਈਵਰਸ ਆਫ ਪ੍ਰਾਇਓਰਟੀ ਐਮਰਜੈਂਸੀ ਵਹੀਕਲਸ, ਕਿ ਡਰਾਈਵਰ ਜਿਹੜੇ ਕਿ ਹੈਗੇ ਆ ਪ੍ਰਾਇਓਰਟੀ ਐਮਰਜੈਂਸੀ ਵਹੀਕਲ ਕਿਹੜੇ ਹੁੰਦੇ ਆ, ਜਿਵੇਂ ਐਂਬੂਲੈਂਸ ਹੋ ਗਈ ਹੈ ਨਾ, ਪੁਲਿਸ ਦੀ ਗੱਡੀਆਂ ਜਾਂ ਫਿਰ ਫਾਇਰ ਫਾਈਟਿੰਗ ਵਾਲੇ ਵਹੀਕਲ, ਇਹ ਸਾਰੇ ਹੁੰਦੇ ਆ ਐਮਰਜੈਂਸੀ ਵਹੀਕਲ ਇਨ ਐਨ ਐਮਰਜੈਂਸੀ, ਔਰ ਉਹ ਐਮਰਜੈਂਸੀ ਵਿੱਚ ਕਹਿੰਦਾ ਹੈਗਾ ਵਾ। ਆਪਸ਼ਨ ਇਹਦੇ ਵਿੱਚ ਕਹਿੰਦਾ ਆਰ ਐਗਜ਼ੈਂਪਟ ਫਰੋਮ ਓਬੇਇੰਗ ਐਨੀ ਟ੍ਰੈਫਿਕ ਰੂਲ, ਬੀ ਹੈਗਾ ਵਿਲ ਟਰਾਈ ਨੋਟ ਟੂ ਇੰਟਰਫੇਅਰ ਵਿਦ ਰਾਈਟ ਆਫ ਵੇ ਐਟ ਜੰਕਸ਼ਨਸ, ਅਤੇ ਸੀ ਹੈਗਾ ਵਿਲ ਰਿਸਪੈਕਟ ਟ੍ਰੈਫਿਕ ਲਾਈਟਸ। ਤਾਂ ਨੋ ਡਾਊਟ ਜਿਹੜੇ ਐਮਰਜੈਂਸੀ ਦੇ ਉੱਪਰ ਵਹੀਕਲ ਹੁੰਦੇ ਆ ਉਹਨਾਂ ਨੂੰ ਕਾਫੀ ਹੱਦ ਤੱਕ ਟ੍ਰੈਫਿਕ ਰੂਲਸ ਨੂੰ ਫੋਲੋ ਕਰਨ ਦੀ ਛੋਟ ਹੋ ਜਾਂਦੀ ਜਦੋਂ ਉਹ ਐਮਰਜੈਂਸੀ ਗੱਡੀ ਚਲਾ ਰਹੇ ਹੁੰਦੇ ਆ।
बट फिर भी वो कह रहा है कि वो ट्राई करनगे कि वो दखल अंदाजी ना करन, जो कि ऑप्शन बी च कह रहा है कि विल ट्राई नॉट टू इंटरफेयर का मतलब है दखल अंदाजी, कि वो ट्राई करेंगे कि दखल अंदाजी ना करन विद राइट ऑफ वे, कि किसी की पहल हैगी है ਉਹਦੇ ਵਿੱਚ ਐਟ ਜੰਕਸ਼ਨ ਦੇ ਉੱਪਰ, ਚੁਰਾਹਿਆਂ ਦੇ ਉੱਪਰ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਜਾਂਦਾ ਹੈ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਕਹਿਣਾ GPS ਨੈਵੀਗੇਟਰ, ਜਿਹਦੇ ਵਿੱਚ ਆਪਾਂ ਨਾ ਐਡਰੈਸ ਵਗੈਰਾ ਭਰ ਕੇ ਜਾਂਦੇ ਹਾਂ, ਉਹਨੂੰ GPS ਵੀ ਇਕੱਲਾ ਬੋਲ ਦਿੰਦਾ ਜਾਂ ਫਿਰ ਨੈਵੀਗੇਟਰ ਵੀ ਬੋਲ ਦਿੰਦੇ ਹਾਂ। ਤਾਂ ਕਹਿੰਦਾ ਕੀ ਇੱਕ GPS ਜਾਂ ਨੈਵੀਗੇਟਰ ਬੀ ਡੇਂਜਰਸ ਟੂ ਡਰਾਈਵਿੰਗ, ਕੀ ਉਹ ਖਤਰਨਾਕ ਹੋ ਸਕਦਾ ਡਰਾਈਵਿੰਗ ਦੇ ਲਈ? ਆਪਸ਼ਨ ਇਹ ਕਹਿੰਦਾ ਨੋ, ਇਟ ਇਜ਼ ਅ ਗ੍ਰੇਟ ਏਡ ਟੂ ਡਰਾਈਵਿੰਗ। ਬੀ ਹੈਗਾ ਯੈਸ ਵੈਨ ਇਟ ਕਾਜ਼ਸ ਡਿਸਟਰੈਕਸ਼ਨਸ, ਅਤੇ ਸੀ ਹੈ ਯੈਸ ਵੈਨ ਇਟ ਸੈਂਡਸ ਅ ਵਹੀਕਲ ਅਲੋਂਗ ਅ ਰੂਟ ਅਦਰ ਦੈਨ ਦਾ ਯੂਜ਼ੂਅਲ ਵਨ। ਤਾਂ ਨੋ ਡਾਊਟ ਨੈਵੀਗੇਟਰ ਸਾਡੇ ਲਈ ਚੰਗੀ ਹੈ ਕਿ ਸਾਨੂੰ ਆਪਣਾ ਐਡਰੈਸ ਪਾਈਏ ਅਤੇ ਆਪਣਾ ਥਾਂ 'ਤੇ ਪਹੁੰਚਾ ਦਿੰਦਾ ਵਾ, ਲੇਕਿਨ ਫਿਰ ਵੀ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਜਦੋਂ ਤੁਹਾਡਾ ਧਿਆਨ ਸਿਰਫ ਇਹਦੇ ਵੱਲ ਚਲ ਜਾਂਦਾ ਹੈ ਔਰ ਤੁਹਾਡਾ ਡਰਾਈਵਿੰਗ ਤੋਂ ਧਿਆਨ ਭਟਕ ਜਾਂਦਾ ਹੈ। ਠੀਕ ਹੈ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋਏਗਾ ਆਪਸ਼ਨ ਬੀ ਕਿ ਯੈਸ ਇਹ ਖਤਰਨਾਕ ਹੋ ਸਕਦਾ ਹੈ। ਵੈਨ ਇਟ ਕਾਜ਼ਸ, ਜਦੋਂ ਇੱਕ ਕਾਰਨ ਬਣਦਾ ਹੈ ਕਾਹਦਾ? ਡਿਸਟਰੈਕਸ਼ਨ ਦਾ, ਧਿਆਨ ਭਟਕਣ ਦਾ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਦਾ ਹੌਰੀਜ਼ੋਂਟਲ ਸਾਈਨ ਇੰਡੀਕੇਟਸ। ਆਪਾਂ ਫੋਟੋ ਦੇ ਵਿੱਚ ਦੇਖ ਰਹੇ ਹਾਂ ਇੱਕ ਸਾਈਨ ਲੱਗਾ ਹੋਇਆ 50 ਦੀ ਸਪੀਡ ਲਿਖੀ ਹੈ ਜਿਹਦੇ ਉੱਪਰ, ਤਾਂ ਉਸ ਸਾਈਨ ਦੀ ਗੱਲ ਕਰ ਰਿਹਾ, ਹੌਰੀਜ਼ੋਂਟਲ ਵੇ ਦੇ ਵਿੱਚ ਹੈਗਾ ਵਾ। ਤਾਂ ਕਹਿੰਦਾ ਉਹ ਕੀ ਦੱਸ ਰਿਹਾ ਹੈਗਾ? ਆਪਸ਼ਨ ਇਹਦੇ ਵਿੱਚ ਕਹਿੰਦਾ ਮੈਕਸੀਮਮ ਸਪੀਡ ਪਰਮਿਟਡ ਔਨ ਦਾ ਰੋਡ, ਬੀ ਹੈਗਾ ਡੂ ਨੋਟ ਐਕਸੀਡ ਦੈਟ ਸਪੀਡ ਅੰਟਿਲ ਦਾ ਨੈਕਸਟ ਇੰਟਰਸੈਕਸ਼ਨ, ਅਤੇ ਸੀ ਹੈਗਾ ਮੈਕਸੀਮਮ ਸਪੀਡ ਇਨ ਦੈਟ ਲੇਨ। ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਇਹ ਸਾਨੂੰ ਦੱਸ ਰਿਹਾ ਹੈ ਜਿਸ ਲੇਨ ਵਿੱਚ ਲੱਗਾ ਹੈ ਉਸ ਲੇਨ ਦੀ ਮੈਕਸੀਮਮ ਸਪੀਡ, ਵੱਧ ਤੋਂ ਵੱਧ ਸਪੀਡ ਕਿੰਨੀ, ਤੇ ਆਪਾਂ ਉਸ ਲੇਨ ਵਿੱਚ ਜਾ ਸਕਦੇ ਹਾਂ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਆਰ ਮੋਟਰਵੇਜ਼ ਐਂਡ ਡਿਊਲ ਕੈਰੇਜਵੇਜ਼, ਕਿ ਕੀ ਜਿਹੜੇ ਮੋਟਰਵੇਜ਼ ਹੈਗੇ ਆ ਜਾਂ ਡਿਊਲ ਕੈਰੇਜ ਜਿਹੜੇ ਵੱਡੇ ਰੋਡ ਹੈਗੇ ਆ 120 ਦੀ ਸਪੀਡ ਵਾਲੇ, ਕੰਸੀਡਰਡ ਸੇਫਰ, ਕੀ ਅਸੀਂ ਉਹਨਾਂ ਨੂੰ ਮੰਨਿਆ ਜਾਊਗਾ ਸੇਫ, ਸੁਰੱਖਿਅਤ ਮੰਨੇ ਜਾਣਗੇ, ਦੈਨ ਕਨਵੈਨਸ਼ਨ ਰੋਡ, ਜਿਹੜੇ ਕਨਵੈਨਸ਼ਨ ਰੋਡਸ ਹੁੰਦੇ ਆ 90 ਦੀ ਸਪੀਡ ਵਾਲੇ ਉਹਨਾਂ ਦੇ ਮੁਕਾਬਲੇ ਦੇ ਵਿੱਚ। ਆਪਸ਼ਨ ਇਹ ਕਹਿੰਦਾ ਨੋ ਬਿਕੋਜ਼ ਆਫ ਹਾਈ ਸਪੀਡ, ਬੀ ਹੈਗਾ ਯੈਸ, ਅਤੇ ਸੀ ਹੈਗਾ ਨੋ ਦੇਰ ਇਜ਼ ਮੋਰ ਟਰੈਫਿਕ। ਤਾਂ ਇਹ ਜਿਵੇਂ ਚੀਜ਼ਾਂ ਸਰਵੇ ਵਗੈਰਾ ਕਰਦੇ ਵਿੱਚ ਨਿਕਲ ਕੇ ਆਉਂਦੀਆਂ ਔਰ ਸਾਨੂੰ ਵੈਸੇ ਵੀ ਪਤਾ ਲੱਗਦਾ ਕਿਉਂਕਿ ਮੋਟਰਵੇ ਦੇ ਡਿਊਲ ਕੈਰੇਜਵੇ ਉੱਪਰ ਜ਼ਿਆਦਾ ਲੇਨਸ ਹੁੰਦੀਆਂ ਵਾ ਕਨਵੈਨਸ਼ਨ ਰੋਡ ਦੇ ਮੁਕਾਬਲੇ, ਤਾਂ ਉਹ ਜ਼ਿਆਦਾ ਸੁਰੱਖਿਅਤ ਮੰਨੇ ਜਾਂਦੇ ਹੈਗੇ ਆ ਕਨਵੈਨਸ਼ਨ ਰੋਡ ਦੇ ਮੁਕਾਬਲੇ। ਤਾਂ ਇਸ ਕਰਕੇ ਜਿਹੜਾ ਸਾਡਾ ਇੱਥੇ ਆਨਸਰ ਵੀ ਹੋ ਜਾਏਗਾ ਆਪਸ਼ਨ ਬੀ ਕਿ ਯੈਸ ਮੋਟਰਵੇ ਦੇ ਡਿਊਲ ਕੈਰੇਜਵੇ ਜ਼ਿਆਦਾ ਸੇਫ ਮੰਨੇ ਗਏ ਆ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਮਸਟ ਆ ਵਹੀਕਲ ਡਰਾਈਵਿੰਗ ਇਨ ਦਾ ਲੈਫਟ ਲੇਨ, ਕਿ ਕੀ ਇੱਕ ਵਹੀਕਲ ਜੋ ਕਿ ਡਰਾਈਵਿੰਗ ਕਰਦਾ ਪਿਆ ਹੈ ਖੱਬੀ ਲੇਨ ਦੇ ਵਿੱਚ ਔਨ ਆ ਮੋਟਰਵੇ, ਇੱਕ ਮੋਟਰਵੇ ਦੇ ਉੱਪਰ, ਬਿਕੋਜ਼ ਇਟ ਹੈਜ਼ ਜਸਟ ਓਵਰਟੇਕਨ, ਕਿਉਂਕਿ ਉਹਨੇ ਹੁਣੇ ਹੀ ਕਿਸੇ ਨੂੰ ਓਵਰਟੇਕ ਕੀਤਾ ਵਾ, ਰਿਟਰਨ ਇਮੀਡੀਏਟਲੀ ਟੂ ਦਾ ਰਾਈਟ ਲੇਨ, ਤਾਂ ਕੀ ਉਹਨੂੰ ਇਮੀਡੀਏਟਲੀ ਹੀ ਸੱਜੀ ਲੇਨ 'ਚ ਮੁੜ ਆਉਣਾ ਚਾਹੀਦਾ? ਆਪਸ਼ਨ ਇਹ ਕਹਿੰਦਾ ਯੈਸ ਇਫ ਦਾ ਰਾਈਟ ਲੇਨ ਇਜ਼ ਅਨਓਕੂਪਾਈਡ ਐਂਡ ਟ੍ਰੈਫਿਕ ਕੰਡੀਸ਼ਨਸ ਪਰਮਿਟ, ਬੀ ਹੈਗਾ ਓਨਲੀ ਵੈਨ ਓਬਸਟਰਕਟਿੰਗ ਫਾਸਟਰ ਫੋਲਿੰਗ ਵਹੀਕਲਸ, ਅਤੇ ਸੀ ਹੈਗਾ ਓਨਲੀ ਇਫ ਦੇਰ ਆਰ 2 or more ਲੇਨਸ। ਤਾਂ ਇਹਦਾ ਆਨਸਰ ਕੀ ਹੈ ਸਾਡੇ ਕੋਲ ਆਪਸ਼ਨ ਏ ਜੀ, ਕਿ ਹਾਂ ਉਹਨੂੰ ਮੁੜ ਆਉਣਾ ਚਾਹੀਦਾ ਇਫ ਜੇਕਰ ਦਾ ਰਾਈਟ ਲੇਨ ਸੱਜੀ ਹੱਥ ਵਾਲੀ ਲੇਨ ਇਜ਼ ਅਨਓਕੂਪਾਈਡ, ਅਨਓਕੂਪਾਈਡ ਦਾ ਮਤਲਬ ਉੱਥੇ ਉਹ ਫਰੀ ਆ, ਉਹਨੂੰ ਅਜੇ ਤੱਕ ਕਿਸੇ ਨੇ ਨਹੀਂ ਮੱਲਿਆ ਹੋਇਆ, ਐਂਡ ਟ੍ਰੈਫਿਕ ਕੰਡੀਸ਼ਨਸ ਪਰਮਿਟ, ਔਰ ਜਿਹੜੀ ਟ੍ਰੈਫਿਕ ਦੀ ਹਾਲਤ ਹੈਗੀ ਹੈ ਉਹ ਸਾਨੂੰ ਆਗਿਆ ਕਰਦੀ ਪਈ ਹੈ, ਅਲਾਓ ਕਰਦੀ ਪਈ ਹੈ ਉੱਧਰ ਜਾਣ ਨੂੰ, ਤਾਂ ਆਪਾਂ ਨੂੰ ਸੱਜੀ ਲੇਨ 'ਚ ਆ ਜਾਣਾ ਚਾਹੀਦਾ ਹੈਗਾ, ਜਿਸ ਵਿੱਚ ਕਿ ਆਪਾਂ ਨੋਰਮਲ ਤੌਰ 'ਤੇ ਚੱਲਦੇ ਹਾਂ ਵੱਡੇ ਰੋਡਸ ਦੇ ਉੱਪਰ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਤਾਂ ਅੱਜ ਦੀ ਵੀਡੀਓ ਇੱਥੇ ਹੀ ਖ਼ਤਮ ਕਰਦੇ ਹਾਂ ਜੀ, ਬਾਕੀ ਦੀਆਂ ਵੀਡੀਓਜ਼ ਵਾਂਗੂ, ਅਤੇ ਬਾਕੀ ਦੇ 15 ਕੁਐਸਚਨ ਆਪਾਂ ਨੈਕਸਟ ਵੀਡੀਓ 'ਚ ਕਵਰ ਕਰਾਂਗੇ। ਅਗਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰ ਲਾਈਕ ਅਤੇ ਸ਼ੇਅਰ ਕਰੋ ਜਿਹੜੇ ਵੀ ਇੰਗਲਿਸ਼ ਵਿੱਚ ਲਾਇਸੈਂਸ ਕਰਨਾ ਚਾਹੁੰਦੇ ਆ। ਅਤੇ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ 'ਚ ਮੈਂ ਇਨਫੋਰਮੇਸ਼ਨ ਦਿੱਤੀ ਸੀਗੀ ਆਪਣਾ
ਕਿ ਲਾਇਸੈਂਸ ਆਪਾਂ ਹੈ ਨਾ ਕਿੱਦਾਂ DGT ਦਾ ਫੀਤਾ ਲੈ ਕੇ ਔਰ ਬਹੁਤ ਹੀ ਘੱਟ ਪੈਸਿਆਂ 'ਚ ਕਰ ਸਕਦੇ ਹਾਂ। ਉਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਜਾਂ ਜਿਹੜੇ ਵੀ ਰਿਲੇਟਿਵਸ ਵਗੈਰਾ ਕਰਨਾ ਚਾਹੁੰਦੇ ਹੈਗੇ ਆ ਉਹਨਾਂ ਨਾਲ ਸ਼ੇਅਰ ਕਰੋ, ਤਾਂ ਕਿ ਉਹਨਾਂ ਦੀ ਵੀ ਬੱਚਤ ਹੋ ਸਕੇ ਪੈਸਿਆਂ ਦੀ ਔਰ ਉਹ ਮਤਲਬ ਕਰ ਸਕਣ। ਤਾਂ ਠੀਕ ਹੈ ਜੀ, ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਸਤਿ ਸ਼੍ਰੀ ਅਕਾਲ ਜੀ।